ਸਟੂਡੈਂਟਸ ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ। ਤਾਂ ਸਟੂਡੈਂਟਸ, ਪੇਜ ਨੰਬਰ 62 ਦੇ ਉੱਪਰ ਤੁਹਾਡੀ ਇੱਕ ਸੈਕਿੰਡ ਐਕਸਰਸਾਈਜ਼ ਹੈ, ਜਿਸ ਦੇ ਵਿੱਚ ਤੁਹਾਨੂੰ ਇੱਕ ਟੇਬਲ ਦੇ ਰੱਖਿਆ ਹੈ। ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਇੱਥੇ ਲਿਖਿਆ ਰੀਡ ਦਾ ਸੈਂਟੈਂਸਿਸ ਇਨ ਦਿਸ ਟੇਬਲ। ਤਾਂ ਪਹਿਲੇ ਕਾਲਮ ਦੇ ਵਿੱਚ ਅਨਲੈਸ ਲਿਖਿਆ ਹੈ, ਫਿਰ ਉਸ ਤੋਂ ਬਾਅਦ 1 2 3 4 5 ਸੈਂਟੈਂਸ ਹੈ। ਅਤੇ ਫਿਰ ਤੀਸਰੇ ਕਾਲਮ ਦੇ ਵਿੱਚ ਵੀ 5 ਸੈਂਟੈਂਸ ਹੈ। ਜੇਕਰ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਪੜ੍ਹੀਏ, ਜਿਵੇਂ ਅਨਲੈਸ ਨੂੰ ਆਪਾਂ ਇਸ ਸੈਂਟੈਂਸ ਦੇ ਨਾਲ ਜੋੜ ਕੇ ਪੜ੍ਹੀਏ ਤਾਂ ਬਣੇਗਾ ਅਨਲੈਸ ਰੁਸਤਮ ਵਾਸ ਕਿਲਡ ਦਾ ਐਨੀਮੀਜ਼ ਆਫ ਪਰਸ਼ੀਆ ਕੁਡ ਨਾਟ ਡ੍ਰੀਮ ਆਫ ਵਿਕਟਰੀ। ਇਹਦਾ ਮਤਲਬ ਇਹ ਹੋਇਆ ਕਿ ਜਦੋਂ ਤੱਕ ਰੁਸਤਮ ਮਾਰਿਆ ਨਹੀਂ ਜਾਂਦਾ ਤਾਂ ਪਰਸ਼ੀਆ ਦੇ ਜਿਹੜੇ ਦੁਸ਼ਮਣ ਹੈ ਉਹ ਜਿੱਤ ਦੀ ਆਸ ਨਹੀਂ ਕਰ ਸਕਦੇ, ਜਿੱਤ ਦਾ ਸੁਪਨਾ ਨਹੀਂ ਲੈ ਸਕਦੇ। ਇਹਦਾ ਮਤਲਬ ਇਹ ਹੋਇਆ। ਇਸੇ ਤਰ੍ਹਾਂ ਅਨਲੈਸ ਨੂੰ ਜੇਕਰ ਆਪਾਂ ਦੂਸਰੇ ਕਾਲਮ ਵਾਲੇ ਸੈਂਟੈਂਸਿਸ ਨਾਲ ਜੋੜੀਏ ਤਾਂ ਇਹ ਬਣੇਗਾ ਅਨਲੈਸ ਤੈਨੀਮੈ ਹਿਡ ਫਰੋਮ ਰੁਸਤਮ ਦਾ ਫੈਕਟ ਦੈਟ ਦੇਅਰ ਚਾਈਲਡ ਵਾਜ਼ ਅ ਬॉय ਰੁਸਤਮ ਵੁੱਡ ਸਰਟੇਨਲੀ ਟੇਕ ਅਵੇ ਦਾ ਚਾਈਲਡ। ਤੇ ਇਹਦਾ ਮਤਲਬ ਇਹ ਹੋਇਆ ਕਿ ਜਦੋਂ ਤੱਕ ਤੈਨੀਮੈ ਰੁਸਤਮ ਤੋਂ ਇਹ ਚੀਜ਼ ਨਹੀਂ ਛੁਪਾਉਂਦੀ ਕਿ ਉਹਨਾਂ ਦਾ ਬੱਚਾ ਇੱਕ ਲੜਕਾ ਹੈ, ਰੁਸਤਮ ਪੱਕੇ ਤੌਰ ਤੇ ਉਹ ਬੱਚਾ ਉਸ ਕੋਲੋਂ ਲੈ ਜਾਵੇਗਾ। ਇਸੇ ਤਰ੍ਹਾਂ ਆਪਾਂ ਤੀਸਰੇ ਨਾਲ ਜੋੜ ਕੇ ਦੇਖਦੇ ਹਾਂ ਅਨਲੈਸ ਯੂ ਟੈਲ ਮੀ ਹੂ ਮਾਈ ਫਾਦਰ ਇਜ਼ ਯੂ ਵਿਲ ਸੀ ਮੀ ਡੈਡ। ਜਦ ਤੱਕ ਤੁਸੀਂ ਮੈਨੂੰ ਨਹੀਂ ਦੱਸਦੇ ਕਿ ਮੇਰੇ ਪਿਤਾ ਜੀ ਕੌਣ ਨੇ, ਤੁਸੀਂ ਮੈਨੂੰ ਮਰਿਆ ਪਾਓਗੇ। ਫਿਰ ਆਪਾਂ ਫਿਰ ਜੋੜਦੇ ਹਾਂ ਲਾਸਟ ਵਾਲੇ ਨਾਲ ਕਿ ਅਨਲੈਸ ਰੁਸਤਮ ਹਿਮਸੈਲਫ ਲੀਡਸ ਅਵਰ ਆਰਮੀ ਵੀ ਕੈਨ ਨਾਟ ਫਾਈਟ ਦਾ ਐਨੀਮੀ। ਜਦ ਤੱਕ ਰੁਸਤਮ ਸਾਡੀ ਫੌਜ ਨੂੰ ਲੀਡ ਨਹੀਂ ਕਰਦਾ, ਅਗਵਾਈ ਨਹੀਂ ਕਰਦਾ, ਅਸੀਂ ਦੁਸ਼ਮਣਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਤਾਂ ਇਹਦਾ ਮਤਲਬ ਇਹ ਹੋਇਆ ਬੱਚਿਓ ਕਿ ਦੂਸਰੇ ਤੇ ਤੀਸਰੇ ਕਾਲਮ ਦੇ ਵਿੱਚ ਜਿਹੜੇ ਸੈਂਟੈਂਸਿਸ ਨੇ ਉਹਨਾਂ ਨੂੰ ਆਪਾਂ ਇੱਕ ਕੰਜੰਕਸ਼ਨ ਦੇ ਨਾਲ ਜੋੜਿਆ, ਉਹ ਕੰਜੰਕਸ਼ਨ ਹੈ ਅਨਲੈਸ। ਤਾਂ ਅਨਲੈਸ ਇੱਥੇ ਇੱਕ ਕੰਜੰਕਸ਼ਨ ਦੇ ਤੌਰ ਤੇ ਯੂਜ਼ ਹੋਇਆ। ਇਟਸ ਅ ਕੰਜੰਕਸ਼ਨ, ਜਿਹਨੂੰ ਤੁਸੀਂ ਪੰਜਾਬੀ ਦੇ ਵਿੱਚ ਯੋਜਕ ਵੀ ਕਹਿੰਦੇ ਹੋ। ਤਾਂ ਕੰਜੰਕਸ਼ਨ ਦਾ ਕੰਮ ਕੀ ਹੁੰਦਾ ਹੈ ਕਿ ਦੋ ਜਾਂ ਦੋ ਤੋਂ ਵੱਧ ਸੈਂਟੈਂਸਿਸ ਨੂੰ ਆਪਸ ਵਿੱਚ ਜੋੜਦਾ ਹੈ। ਤੇ ਸਿਰਫ ਹੋਰ ਕੁਝ ਨਹੀਂ ਹੈ ਜੀ, ਅਨਲੈਸ ਕੰਜੰਕਸ਼ਨ ਦੀ ਕਿਸ ਤਰ੍ਹਾਂ ਅਸੀਂ ਯੂਜ਼ ਕਰਨੀ ਹੈ ਸਮਝਾਇਆ ਹੋਇਆ ਹੈ। ਹੁਣ ਸਾਨੂੰ ਨੀਚੇ ਵਾਲੇ ਦੇ ਵਿੱਚ ਇਹ ਕਿਹਾ ਹੋਇਆ ਹੈ ਕਿ ਅਸੀਂ ਇਹ ਵਾਲੇ ਜਿਹੜੇ ਕਾਲਮ ਦੇ ਸੈਂਟੈਂਸਿਸ ਹੈ, ਪਹਿਲੇ ਕਾਲਮ ਦੇ ਸੈਂਟੈਂਸਿਸ ਨੂੰ ਤੀਸਰੇ ਕਾਲਮ ਦੇ ਸੈਂਟੈਂਸਿਸ ਨਾਲ ਜੋੜਨਾ ਹੈ, ਯੂਜ਼ ਅਸੀਂ ਅਨਲੈਸ ਕਰਨਾ ਹੈ। ਇਹ ਕਿਵੇਂ ਹੋਏਗਾ ਮੈਂ ਤੁਹਾਨੂੰ ਕਰਕੇ ਦਿਖਾਣਾ। ਦੇਖੋ, ਪਹਿਲੇ ਕਾਲਮ ਦੇ ਵਿੱਚ ਪਹਿਲਾ ਸੈਂਟੈਂਸ ਹੈ ਕਿ ਆਈ ਡੂ ਨਾਟ ਲਾਈਕ ਟੀ, ਮੈਨੂੰ ਚਾਹ ਪਸੰਦ ਨਹੀਂ ਹੈ। ਇਹਦਾ ਮਤਲਬ ਇਹੀ ਹੋਇਆ ਨਾ। ਜਦਕਿ ਤੀਸਰੇ ਕਾਲਮ ਦੇ ਵਿੱਚ ਸਾਨੂੰ ਲੱਭਣਾ ਪਏਗਾ ਕਿ ਕਿਹੜਾ ਅਸੀਂ ਇਸ ਦੇ ਨਾਲ ਸੈਂਟੈਂਸ ਜੋੜ ਸਕਦੇ ਹਾਂ। ਤਾਂ ਇਹਦੇ ਨਾਲ ਆਹ ਵਾਲਾ ਸੈਂਟੈਂਸ ਜੁੜੂਗਾ ਜੀ ਪਹਿਲੇ ਦੇ ਨਾਲ, ਇਟ ਇਜ਼ ਵੈਰੀ ਹੌਟ। ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਦੋ ਸੈਂਟੈਂਸ ਦੇਖਣੇ ਪੈਣਗੇ ਕਿ ਕਿਹੜੇ ਅਸੀਂ ਜੋੜ ਸਕਦੇ ਹਾਂ। ਤਾਂ ਇਸ ਨਾਲ ਅਸੀਂ ਜੋੜਿਆ ਆਹ ਵਾਲਾ ਸੈਂਟੈਂਸ, ਠੀਕ ਹੈ ਜੀ, ਪਹਿਲੇ ਦੇ ਨਾਲ ਪਹਿਲਾ ਇਹ ਵਾਲਾ ਜੋੜਿਆ। ਲੇਕਿਨ ਫਿਰ ਦੂਸਰੀ ਕੰਡੀਸ਼ਨ ਇਹ ਹੈ ਕਿ ਸਾਨੂੰ ਅਨਲੈਸ ਵਿੱਚ ਪਾਉਣਾ ਹੈ। ਤਾਂ ਆਪਾਂ ਪਹਿਲਾਂ ਪੰਜਾਬੀ ਦੇਖਦੇ ਹਾਂ। ਕਹਿੰਦੇ ਮੈਨੂੰ ਚਾਹ ਪਸੰਦ ਨਹੀਂ ਜਦ ਤੱਕ ਇਹ ਗਰਮ ਨਾ ਹੋਵੇ। ਇਹਦਾ ਮਤਲਬ ਇਹੀ ਹੋਇਆ। ਤਾਂ ਅਸੀਂ ਇਸ ਨੂੰ ਇਸ ਤਰ੍ਹਾਂ ਲਿਖਾਂਗੇ ਕਿ ਅਨਲੈਸ ਦਾ ਟੀ ਇਜ਼ ਵੈਰੀ ਹੌਟ ਆਈ ਡੂ ਨਾਟ ਲਾਈਕ ਇਟ। ਐ ਬਣ ਜਾਏਗਾ ਇਹਦਾ। ਅਸੀਂ ਇਸ ਨੂੰ ਐਵੇਂ ਬਣਾਵਾਂਗੇ ਅਨਲੈਸ ਦਾ ਟੀ ਇਜ਼ ਵੈਰੀ ਹੌਟ ਆਈ ਡੂ ਨਾਟ ਲਾਈਕ ਇਟ। ਇਸ ਤਰੀਕੇ ਦੇ ਨਾਲ ਆਪਾਂ ਅਨਲੈਸ ਲਗਾ ਕੇ ਇਹ ਦੋ ਸੈਂਟੈਂਸ ਜੋੜਤੇ। ਉਮੀਦ ਹੈ ਬੱਚਿਓ ਕਿ ਤੁਹਾਨੂੰ ਇਹ ਵਾਲਾ ਪਹਿਲਾ ਸੈਂਟੈਂਸ ਕਲੀਅਰ ਹੋ ਗਿਆ ਹੋਵੇਗਾ। ਇਸੇ ਤਰ੍ਹਾਂ ਅਸੀਂ ਦੂਸਰਾ ਦੇਖਦੇ ਹਾਂ। ਹੁਣ ਪਹਿਲੇ ਕਾਲਮ ਦੇ ਵਿੱਚ ਦੂਸਰਾ ਸੈਂਟੈਂਸ ਹੈ ਆਈ ਕੈਨ ਨਾਟ ਵੇਕ ਅਪ ਵੈਰੀ ਅਰਲੀ, ਮੈਂ ਜਲਦੀ ਸਵੇਰੇ ਨਹੀਂ ਉੱਠ ਸਕਦਾ। ਇਹਦੇ ਨਾਲ ਸਾਨੂੰ ਦੇਖਣਾ ਪਏਗਾ ਕਿ ਤੀਸਰੇ ਕਾਲਮ ਦੇ ਵਿੱਚ ਕਿਹੜਾ ਸੈਂਟੈਂਸ ਹੋ ਸਕਦਾ ਹੈ। ਆਈ ਸੈਟ ਦਾ ਅਲਾਰਮ ਕਲੌਕ,
ਇਹ ਜੋੜ ਸਕਦੇ ਹਾਂ ਜੀ ਅਸੀਂ ਦੂਸਰੇ ਦੇ ਨਾਲ ਕਿ ਜਦ ਤੱਕ ਮੈਂ ਅਲਾਰਮ ਨਾ ਲਗਾਵਾਂ ਮੈਂ ਜਲਦੀ ਉੱਠ ਨਹੀਂ ਸਕਦਾ। ਤਾਂ ਅਨਲੈਸ ਅਸੀਂ ਇਸ ਵਾਲੇ ਸੈਂਟੈਂਸ ਦੇ ਨਾਲ ਜੋੜਾਂਗੇ। ਅਸੀਂ ਇਸ ਨੂੰ ਇਸ ਤਰ੍ਹਾਂ ਲਿਖਾਂਗੇ ਕਿ ਅਨਲੈਸ ਆਈ ਸੈਟ ਦਾ ਅਲਾਰਮ ਕਲੌਕ, ਜਦ ਤੱਕ ਮੈਂ ਅਲਾਰਮ ਨਾ ਲਗਾਵਾਂ। ਫਿਰ ਆਪਾਂ ਦੂਸਰਾ ਸੈਂਟੈਂਸ ਆਹੀ ਚੱਕ ਕੇ ਲਿਖ ਦਾਂਗੇ ਆਈ ਕੈਨ ਨਾਟ ਵੇਕ ਅਪ ਵੈਰੀ ਅਰਲੀ। ਇਸ ਤਰ੍ਹਾਂ ਬਣ ਗਿਆ ਜੀ ਇਹ। ਉਮੀਦ ਹੈ ਬੱਚਿਓ ਕਿ ਤੁਹਾਨੂੰ ਸੈਕਿੰਡ ਸੈਂਟੈਂਸ ਤੇ ਪਹਿਲਾ ਸੈਂਟੈਂਸ ਦੋਨੇ ਕਲੀਅਰ ਹੋ ਗਏ ਹੋਣਗੇ। ਤੀਸਰੇ ਸੈਂਟੈਂਸ ਵੱਲ ਆਉਂਦੇ ਹਾਂ ਜੀ ਕਿ ਯੂ ਵਿਲ ਮਿਸ ਦਾ ਟ੍ਰੇਨ, ਤੁਸੀਂ ਟ੍ਰੇਨ ਮਿਸ ਕਰ ਜਾਵੋਗੇ। ਇਹਦੇ ਨਾਲ ਅਸੀਂ ਤੀਸਰੇ ਕਾਲਮ ਦਾ ਕਿਹੜਾ ਸੈਂਟੈਂਸ ਜੋੜ ਸਕਦੇ ਹਾਂ? ਯੂ ਗੋ ਟੂ ਦਾ ਰੇਲਵੇ ਸਟੇਸ਼ਨ ਇਨ ਅ ਟੈਕਸੀ। ਵੀ ਜਦ ਤੱਕ ਤੁਸੀਂ ਰੇਲਵੇ ਸਟੇਸ਼ਨ ਟੈਕਸੀ ਦੇ ਵਿੱਚ ਨਹੀਂ ਜਾਂਦੇ ਤੁਸੀਂ ਟ੍ਰੇਨ ਮਿਸ ਕਰ ਜਾਓਗੇ। ਤਾਂ ਜਦੋਂ ਤੱਕ, ਐਨਲੈਸ ਦਾ ਮਤਲਬ ਇੱਥੇ ਇੱਕ ਤਰ੍ਹਾਂ ਨਾਲ ਅਸੀਂ ਲਾਂਗੇ ਕਿ ਜਦੋਂ ਤੱਕ ਤੁਸੀਂ ਟੈਕਸੀ ਦੇ ਥਰੂ, ਟੈਕਸੀ ਦੇ ਜ਼ਰੀਏ ਰੇਲਵੇ ਸਟੇਸ਼ਨ ਨਹੀਂ ਜਾਂਦੇ। ਤਾਂ ਅਨਲੈਸ ਅਸੀਂ ਇਸ ਸੈਂਟੈਂਸ ਦੇ ਨਾਲ ਲਾਵਾਂਗੇ ਅਨਲੈਸ ਯੂ ਗੋ ਟੂ ਦਾ ਰੇਲਵੇ ਸਟੇਸ਼ਨ ਇਨ ਅ ਟੈਕਸੀ। ਤੇ ਇਹਦੇ ਨਾਲ ਅਸੀਂ ਜੋੜ ਦਾਂਗੇ ਤੀਸਰੇ ਨੂੰ ਕੋਮਾ ਯੂ ਵਿਲ ਮਿਸ ਦਾ ਟ੍ਰੇਨ। ਅਨਲੈਸ ਲਗਾ ਕੇ ਅਸੀਂ ਦੋਨੇ ਸੈਂਟੈਂਸ ਜੋੜਤੇ। ਉਮੀਦ ਹੈ ਬੱਚਿਓ ਕਿ ਤੁਹਾਨੂੰ ਤੀਸਰਾ ਸੈਂਟੈਂਸ ਵੀ ਕਲੀਅਰ ਹੋ ਗਿਆ ਹੋਵੇਗਾ। ਫੋਰਥ ਹੈ ਜੀ ਕਿ ਆਈ ਵੋਂਟ ਬਿਲੀਵ ਇਟ, ਮੈਂ ਇਸ ਤੇ ਵਿਸ਼ਵਾਸ ਨਹੀਂ ਕਰਾਂਗਾ। ਇਹਨੂੰ ਅਸੀਂ ਜੋੜਾਂਗੇ ਇਸ ਦੇ ਨਾਲ ਯੂ ਪ੍ਰੂਵ ਇਟ, ਜਦੋਂ ਤੱਕ ਤੁਸੀਂ ਇਸ ਨੂੰ ਸਾਬਿਤ ਨਹੀਂ ਕਰਦੇ ਮੈਂ ਇਸ ਤੇ ਵਿਸ਼ਵਾਸ ਨਹੀਂ ਕਰਾਂਗਾ। ਤਾਂ ਅਨਲੈਸ ਯੂ ਪ੍ਰੂਵ ਇਟ, ਸੇਮ ਉਸੇ ਤਰੀਕੇ ਦੇ ਨਾਲ ਅਨਲੈਸ ਯੂ ਪ੍ਰੂਵ ਇਟ, ਪਿੱਛੇ ਚੱਕ ਕੇ ਉਹੀ ਲਗਾ ਦਿਓ ਆਈ ਵੋਂਟ ਬਿਲੀਵ ਇਟ। ਲੋ ਜੀ ਇਹ ਹੋ ਗਿਆ ਜੀ ਸਾਡਾ ਫੋਰਥ ਸੈਂਟੈਂਸ। ਇਹ ਦੇਖਣ ਨੂੰ ਹੀ ਔਖੇ ਲੱਗ ਰਹੇ ਆ ਬੱਚਿਓ, ਹੈ ਬਹੁਤ ਈਜ਼ੀ ਹੈ। ਜੇਕਰ ਤੁਸੀਂ ਥੋੜਾ ਜਿਹਾ ਸਮਝੋ, ਥੋੜਾ ਜਿਹਾ ਇਸ ਨੂੰ ਪੰਜਾਬੀ ਚ ਟਰਾਂਸਲੇਟ ਕਰ ਲਓ ਤਾਂ ਬਹੁਤ ਸੌਖੇ ਹੋ ਜਾਂਦੇ ਆ ਇਹ। ਲਾਸਟ ਸੈਂਟੈਂਸ ਹੈ ਜੀ ਕਿ ਆਈ ਵੋਂਟ ਗੋ ਟੂ ਦਾ ਵੈਡਿੰਗ। ਤਾਂ ਇੱਕੋ ਹੀ ਰਹਿ ਗਿਆ ਸਾਡੇ ਕੋਲੇ ਆਈ ਰਿਸੀਵ ਐਨ ਇਨਵੀਟੇਸ਼ਨ, ਕਿ ਜਦ ਤੱਕ ਮੈਨੂੰ ਸੱਦਾ ਪ੍ਰਾਪਤ ਨਹੀਂ ਹੁੰਦਾ ਮੈਂ ਵਿਆਹ ਤੇ ਨਹੀਂ ਜਾਵਾਂਗਾ। ਤਾਂ ਅਸੀਂ ਇਸ ਦੇ ਨਾਲ ਜੋੜਾਂਗੇ ਜੀ ਅਨਲੈਸ, ਅਨਲੈਸ ਜਦੋਂ ਤੱਕ ਆਈ ਰਿਸੀਵ ਐਨ ਇਨਵੀਟੇਸ਼ਨ, ਪਿੱਛੇ ਜਾ ਕੇ ਆਪਾਂ ਆਹੀ ਵਾਲਾ ਸੈਂਟੈਂਸ ਲਿਖ ਦਿੰਦੇ ਹਾਂ ਆਈ ਵੋਂਟ ਗੋ ਟੂ ਦਾ ਵੈਡਿੰਗ। ਇਸ ਤਰੀਕੇ ਦੇ ਨਾਲ ਇਹ ਸਾਡਾ ਸੈਂਟੈਂਸ ਕਵਰ ਹੋ ਗਿਆ ਜੀ। ਉਮੀਦ ਹੈ ਕਿ ਤੁਹਾਨੂੰ 5 ਦੇ 5 ਸੈਂਟੈਂਸ ਸਮਝ ਆ ਗਏ ਹੋਣਗੇ। ਸਾਰੀ ਸਾਡੀ ਦੂਸਰੀ ਐਕਸਰਸਾਈਜ਼ ਕੰਪਲੀਟ ਹੋ ਗਈ ਹੈ। ਹੁਣ ਅਸੀਂ ਤੀਸਰੀ ਐਕਸਰਸਾਈਜ਼ ਵੱਲ ਦੇਖਦੇ ਹਾਂ ਜੀ। ਤਾਂ ਤੀਸਰੀ ਐਕਸਰਸਾਈਜ਼ ਵੀ ਇਹ ਅਨਲੈਸ ਕੰਜੰਕਸ਼ਨ ਵਾਲੀ ਹੈ। ਤਾਂ ਸਾਡੇ ਕੋਲੇ ਦੋ ਸੈਂਟੈਂਸ ਦਿੱਤੇ ਹੋਏ ਹੈ ਜੀ। ਪਹਿਲਾਂ ਕਿ ਰੁਸਤਮ ਸ਼ੁੱਡ ਬੀ ਕਿਲਡ, ਰੁਸਤਮ ਨੂੰ ਮਾਰਿਆ ਜਾਣਾ ਚਾਹੀਦਾ ਹੈ। ਓਨਲੀ ਦੈਨ ਕੈਨ ਅਵਰ ਆਰਮੀਜ਼ ਡ੍ਰੀਮ ਆਫ ਵਿਕਟਰੀ, ਕੇਵਲ ਫਿਰ ਸਾਡੀਆਂ ਫੌਜਾਂ ਜਿੱਤ ਬਾਰੇ ਸੋਚ ਸਕਦੀਆਂ ਨੇ ਜਾਂ ਜਿੱਤ ਦੀ ਆਸ ਕਰ ਸਕਦੀਆਂ ਨੇ, ਸੁਪਨਾ ਲੈ ਸਕਦੀਆਂ ਨੇ। ਤਾਂ ਇੱਥੇ ਹੀ ਲਿਖਿਆ ਹੋਇਆ ਕਿ ਦੋਨੇ ਸੈਂਟੈਂਸਿਸ ਨੂੰ ਅਸੀਂ ਅਨਲੈਸ ਲਗਾ ਕੇ ਜੋੜ ਸਕਦੇ ਹਾਂ। ਤੇ ਇਹਨਾਂ ਨੇ ਕਿਵੇਂ ਜੋੜਿਆ ਕਿ ਅਨਲੈਸ ਰੁਸਤਮ ਇਜ਼ ਕਿਲਡ, ਜਦੋਂ ਤੱਕ ਰੁਸਤਮ ਨਹੀਂ ਮਾਰਿਆ ਜਾਂਦਾ, ਆਵਰ ਆਰਮੀਜ਼ ਕੈਨ ਨਾਟ ਡ੍ਰੀਮ ਆਫ ਵਿਕਟਰੀ, ਸਾਡੀਆਂ ਫੌਜਾਂ ਜਿੱਤ ਦਾ ਸੁਪਨਾ ਨਹੀਂ ਲੈ ਸਕਦੀਆਂ। ਤਾਂ ਗੱਲ ਤਾਂ ਇੱਕੋ ਹੀ ਹੈ। ਇਹਨਾਂ ਦੋਨੇ ਸੈਂਟੈਂਸਿਸ ਦਾ ਮਤਲਬ ਇੱਕ ਸੈਂਟੈਂਸ ਜੋ ਬਣਾਇਆ ਹੈ ਤਾਂ ਦੋਨਾਂ ਦਾ ਮੀਨਿੰਗ ਸੇਮ ਹੈ। ਕੀਤਾ ਕੀ ਹੋਇਆ ਹੈ ਕਿ ਅਨਲੈਸ ਕੰਜੰਕਸ਼ਨ ਦੇ ਨਾਲ ਦੋਨੇ ਸੈਂਟੈਂਸਿਸ ਨੂੰ A ਤੇ B ਨੂੰ ਜੋੜਿਆ ਹੋਇਆ ਹੈ। ਤਾਂ ਇੱਕ ਹੋਰ ਐਗਜ਼ਾਮਪਲ ਦਿੱਤੀ ਹੋਈ ਹੈ ਯੂ ਹੈਵ ਟੂ ਵਰਕ ਵੈਰੀ ਹਾਰਡ ਰਾਈਟ ਫਰੋਮ ਟੂਡੇ, ਤੁਹਾਨੂੰ ਅੱਜ ਤੋਂ ਹੀ ਬਹੁਤ ਹੀ ਸਖਤ ਮਿਹਨਤ ਕਰਨੀ ਪਏਗੀ, ਅਦਰਵਾਈਜ਼ ਯੂ ਵਿਲ ਫੇਲ ਇਨ ਦੀ ਐਗਜ਼ਾਮੀਨੇਸ਼ਨ, ਨਹੀਂ ਤਾਂ ਤੁਸੀਂ ਪੇਪਰਾਂ ਦੇ ਵਿੱਚੋਂ ਫੇਲ ਹੋ ਜਾਵੋਗੇ। ਹੁਣ ਅਸੀਂ ਇਹਨਾਂ ਦੋਨਾਂ ਨੂੰ ਸੈਂਟੈਂਸਿਸ ਨੂੰ ਇਹਨਾਂ ਨੇ ਫਿਰ ਅਨਲੈਸ ਲਗਾ ਕੇ ਜੋੜਤਾ ਯੂਜ਼ਿੰਗ ਅਨਲੈਸ। ਤੇ ਇਹਨਾਂ ਨੇ ਕੀ ਬਣਾਇਆ ਅਨਲੈਸ ਯੂ ਵਰਕ ਹਾਰਡ ਰਾਈਟ ਫਰੋਮ ਟੂਡੇ, ਜਦ ਤੱਕ ਤੁਸੀਂ ਅੱਜ ਤੋਂ ਸਖਤ ਮਿਹਨਤ ਕਰਨਾ ਸਟਾਰਟ ਨਹੀਂ ਕਰਦੇ ਯੂ ਵਿਲ ਫੇਲ ਇਨ ਦੀ ਐਗਜ਼ਾਮੀਨੇਸ਼ਨ, ਤੁਸੀਂ ਐਗਜ਼ਾਮ ਦੇ ਵਿੱਚੋਂ ਅਸਫਲ ਹੋ ਜਾਵੋਗੇ। ਗੱਲ ਤਾਂ ਇੱਕੋ ਹੀ ਹੈ। ਆਹੀ A ਤੇ B ਦਾ ਸੇਮ ਮੀਨਿੰਗ A ਵਾਲੇ ਸੈਂਟੈਂਸ ਦਾ। ਤਾਂ ਇਹ ਦੋਨੇ ਸੈਂਟੈਂਸ ਸਾਨੂੰ ਸਮਝਾ ਕੇ ਅੱਗੇ 5 ਸੈਂਟੈਂਸਿਸ ਹੈ ਜੀ ਸਾਨੂੰ ਦਿੱਤੇ ਹੋਏ ਹੈ ਕਿ ਕੰਬਾਈਨ ਦਾ ਫੋਲੋਇੰਗ ਪੈਅਰਸ ਆਫ ਸੈਂਟੈਂਸਿਸ ਵਿਦ ਅਨਲੈਸ ਐਜ਼ ਸ਼ੋਨ ਅਬਵ, ਕਿ ਜਿਵੇਂ ਅਨਲੈਸ ਨੂੰ ਅਸੀਂ ਉੱਪਰ ਯੂਜ਼ ਕਰਕੇ ਦੋ ਵਾਕ ਜੋੜੇ ਹੈ ਤਾਂ ਸਾਨੂੰ ਇਹ ਵਾਲੇ ਜਿਹੜੇ 5 ਸੈਂਟੈਂਸ ਹੈ ਇਹਨਾਂ ਨੂੰ ਸਾਨੂੰ ਜੋੜਨਾ ਪਏਗਾ। ਤਾਂ ਆਪਾਂ ਇੱਕ ਹੀ ਕਰਕੇ ਕਰਦੇ ਹਾਂ ਜੀ। ਦੇਖੋ ਪਹਿਲਾ
ਕਿ ਯੂ ਮਸਟ ਵਰਕ ਵੈਰੀ ਹਾਰਡ ਫਰੋਮ ਟੂਡੇ ਓਨਲੀ ਦੈਨ ਕੈਨ ਯੂ ਹੋਪ ਟੂ ਪਾਸ। ਪਹਿਲੇ ਦਾ ਆਨਸਰ ਹੈ ਜੀ ਕਿ ਤੁਹਾਨੂੰ ਅੱਜ ਤੋਂ ਹੀ ਸਖਤ ਮਿਹਨਤ ਕਰਨੀ ਪਏਗੀ, ਕੇਵਲ ਫਿਰ ਤੁਸੀਂ ਪਾਸ ਹੋਣ ਦੀ ਆਸ ਕਰ ਸਕਦੇ ਹੋ। ਤਾਂ ਜੇਕਰ ਆਪਾਂ ਇਹਨੂੰ ਪੰਜਾਬੀ ਕਰੀਏ ਤਾਂ ਆਪਾਂ ਇਹ ਸੈਂਟੈਂਸ ਬਣਾਵਾਂਗੇ ਕਿ ਜਦੋਂ ਤੱਕ ਤੁਸੀਂ ਅੱਜ ਤੋਂ ਹੀ ਮਿਹਨਤ ਕਰਨਾ ਸਟਾਰਟ ਨਹੀਂ ਕਰਦੇ, ਤੁਸੀਂ ਪਾਸ ਹੋਣ ਦੀ ਹੋਪ ਨਹੀਂ ਕਰ ਸਕਦੇ। ਇਹੀ ਬਣੂਗਾ ਨਾ ਜੀ, ਕਿ ਜਦ ਤੱਕ ਤੁਸੀਂ ਮਿਹਨਤ ਕਰਨਾ ਸਟਾਰਟ ਨਹੀਂ ਕਰਦੇ ਤੁਸੀਂ ਪਾਸ ਨਹੀਂ ਹੋ ਸਕਦੇ, ਇਹੀ ਬਣੂਗਾ। ਓਨਲੀ ਦੈਨ ਨੂੰ ਸਾਨੂੰ ਨੈਗੇਟਿਵ ਦੇ ਵਿੱਚ ਲੈਣਾ ਪਏਗਾ। ਤਾਂ ਅਸੀਂ ਇਸ ਨੂੰ ਇਸ ਤਰ੍ਹਾਂ ਬਣਾਵਾਂਗੇ ਕਿ ਅਨਲੈਸ ਯੂ ਵਰਕ ਵੈਰੀ ਹਾਰਡ from today you cannot hope to pass। ਤਾਂ ਇਹ ਬਣੇਗਾ ਜੀ ਸੈਂਟੈਂਸ ਸਾਡਾ ਪਹਿਲੇ ਦਾ। ਜੇਕਰ ਅਸੀਂ A ਤੇ B ਨੂੰ ਅਲੱਗ-ਅਲੱਗ ਹੱਲ ਕਰੀਏ ਤਾਂ ਉਹਦਾ ਆਨਸਰ ਸੇਮ ਆਹੀ ਬਣੇਗਾ ਜੋ ਅਸੀਂ ਕੰਬਾਈਨ ਕਰਕੇ ਅਨਲੈਸ ਦੇ ਨਾਲ ਪਾਇਆ। ਅਨਲੈਸ ਤੋਂ ਬਾਅਦ ਤੁਸੀਂ ਕੋਮਾ ਜ਼ਰੂਰ ਪਾਣਾ ਹੈ। ਦੂਸਰਾ ਹੈ ਜੀ ਕਿ ਯੂ ਮਸਟ ਗੋ ਇਨ ਅ ਟੈਕਸੀ ਟੂ ਦਾ ਰੇਲਵੇ ਸਟੇਸ਼ਨ ਓਨਲੀ ਦੈਨ ਕੈਨ ਯੂ ਕੈਚ ਦਾ ਟ੍ਰੇਨ। ਤੁਹਾਨੂੰ ਰੇਲਵੇ ਸਟੇਸ਼ਨ ਟੈਕਸੀ ਦੇ ਵਿੱਚ ਜਾਣਾ ਹੀ ਪਏਗਾ, ਕੇਵਲ ਫਿਰ ਤੁਸੀਂ ਟ੍ਰੇਨ ਨੂੰ ਪਕੜ ਸਕਦੇ ਹੋ। ਤਾਂ ਆਪਾਂ ਇਹਨੂੰ ਪੰਜਾਬੀ 'ਚ ਐਂ ਕਰਾਂਗੇ ਕਿ ਜਦੋਂ ਤੱਕ ਤੁਸੀਂ ਰੇਲਵੇ ਸਟੇਸ਼ਨ ਟੈਕਸੀ 'ਚ ਨਹੀਂ ਜਾਂਦੇ ਉਦੋਂ ਤੱਕ ਤੁਸੀਂ ਟ੍ਰੇਨ ਨੂੰ ਨਹੀਂ ਪਕੜ ਸਕਦੇ। ਤਾਂ ਆਪਾਂ ਇਹਦਾ ਬਣਾਵਾਂਗੇ ਜੀ ਅਨਲੈਸ ਫਿਰ ਕੋਮਾ ਯੂ ਗੋ ਇਨ taxi to the railway station you cannot catch the train। ਤਾਂ ਇਹ ਸਾਡਾ ਪਹਿਲਾ ਹੋਇਆ ਜੀ, ਇਹ ਸਾਡਾ ਦੂਸਰਾ ਬਣ ਗਿਆ ਜੀ। ਉਮੀਦ ਹੈ ਸਟੂਡੈਂਟਸ ਕਿ ਦੋਨੇ ਤੁਹਾਨੂੰ ਕਲੀਅਰ ਹੋ ਗਏ ਹੋਣੇ। ਤੀਸਰਾ ਦੇਖੀਏ ਕਿ ਯੂ ਮਸਟ ਗਿਵ ਮਾਈ ਮਾਸਟਰ ਅ ਹਿਊਜ ਰੈਂਸਮ। ਤੁਹਾਨੂੰ ਮੇਰੇ ਮਾਲਕ ਨੂੰ ਕਾਫੀ ਪੈਸਾ ਦੇਣਾ ਪਏਗਾ। ਓਨਲੀ ਦੈਨ ਵਿਲ ਹੀ ਸੈਟ ਮੀ ਫ੍ਰੀ। ਕੇਵਲ ਉਦੋਂ ਹੀ ਉਹ ਮੈਨੂੰ ਫ੍ਰੀ ਕਰੇਗਾ। ਇਹਦਾ ਪੰਜਾਬੀ 'ਚ ਆਪਾਂ ਐਵੇਂ ਕਰ ਸਕਦੇ ਹਾਂ ਕਿ ਜਦੋਂ ਤੱਕ ਤੁਸੀਂ ਮੇਰੇ ਮਾਸਟਰ ਨੂੰ ਜ਼ਿਆਦਾ ਸਾਰਾ ਪੈਸਾ ਨਹੀਂ ਦਿੰਦੇ ਉਹ ਮੈਨੂੰ ਫ੍ਰੀ ਨਹੀਂ ਕਰੇਗਾ। ਤਾਂ ਇਹਦਾ ਆਪਾਂ ਬਣਾਵਾਂਗੇ ਜੀ, ਇੱਥੇ ਲਿਖ ਦਿੰਦੇ ਜੀ ਮੈਂ ਅਨਲੈਸ ਕੋਮਾ ਯੂ ਗਿਵ my master a huge ransom he will not set me free। ਤਾਂ ਇਹ ਬਣ ਗਿਆ ਜੀ ਤੀਸਰੇ ਦਾ। ਫੋਰਥ ਦੇਖੀਏ ਜੀ ਕਿ you must have plenty of proof। ਤੁਹਾਡੇ ਕੋਲੇ ਬਹੁਤ ਸਾਰੇ ਸਬੂਤ ਹੋਣੇ ਚਾਹੀਦੇ ਨੇ। only then can I ਟੇਕ ਅਪ ਯੋਰ ਚਾਰਜਸ ਅਗੇਂਸਟ ਬੈਰਮ ਖਾਨ। ਕੇਵਲ ਫਿਰ ਮੈਂ ਤੁਹਾਡੇ ਦੋਸ਼ ਬੈਰਮ ਖਾਨ ਦੇ ਵਿਰੁੱਧ ਸਿੱਧ ਕਰ ਸਕਦਾ ਹਾਂ। ਤਾਂ ਇਹਦਾ ਪੰਜਾਬੀ 'ਚ ਆਪਾਂ ਐਵੇਂ ਕਹਿ ਸਕਦੇ ਹਾਂ ਕਿ ਜਦ ਤੱਕ ਤੁਹਾਡੇ ਕੋਲੇ ਬਹੁਤ ਸਾਰੇ ਪ੍ਰੂਫ ਨਹੀਂ ਮੈਂ ਉਦੋਂ ਤੱਕ ਬੈਰਮ ਖਾਨ ਦੇ ਖਿਲਾਫ ਦੋਸ਼ ਸਿੱਧ ਨਹੀਂ ਕਰ ਸਕਦਾ। ਤਾਂ ਆਨਸਰ ਅਸੀਂ ਲਿਖਾਂਗੇ 4 ਦਾ, ਇੱਥੇ ਲਿਖ ਦਿੰਦੇ ਜੀ ਕਿ ਅਨਲੈਸ ਕੋਮਾ ਯੂ ਹੈਵ ਪਲੈਂਟੀ ਆਫ ਪ੍ਰੂਫ। ਤਾਂ ਬੱਚਿਓ ਇੱਕ ਗੱਲ ਦਾ ਖਿਆਲ ਰੱਖਿਓ ਕਿ ਇਹਨਾਂ ਸਾਰੇ ਸੈਂਟੈਂਸਿਸ ਦੇ ਵਿੱਚ ਮੈਂ ਜਿਹੜਾ ਮਸਟ ਵਰਡ ਹੈ ਉਹ ਨਹੀਂ ਪਾਇਆ। ਅਨਲੈਸ ਵਾਲੇ ਵਰਡ ਜਿਹੜੇ ਮੈਂ ਸੈਂਟੈਂਸ ਬਣਾਏ ਹੈ, ਅਨਲੈਸ ਦੇ ਨਾਲ ਜਿਹੜਾ ਮੈਂ ਸੈਂਟੈਂਸ ਜੋੜਿਆ ਉਹਦੇ ਵਿੱਚ ਮੈਂ ਮਸਟ ਨਹੀਂ ਪਾਇਆ ਕਿਉਂਕਿ ਆਪਾਂ ਕੰਡੀਸ਼ਨ ਪਹਿਲਾਂ ਹੀ ਪਾਤੀ। ਤਾਂ ਨਾਲ ਆਪਾਂ ਫਿਰ ਦੂਸਰੇ ਦੇ ਵਿੱਚ ਓਨਲੀ ਦੈਨ ਵਾਲਿਆਂ 'ਚ ਆਪਾਂ ਨੇ ਨੈਗੇਟਿਵ ਸਟੇਟਮੈਂਟ ਪਾਈ ਹੈ। ਤਾਂ ਆਪਾਂ ਇੱਥੇ ਲਿਖਾਂਗੇ ਆਈ ਕੈਨ ਨਾਟ ਟੇਕ ਅਪ your charges against Bairam Khan। ਇਹ ਬਣ ਗਿਆ ਜੀ। ਉਮੀਦ ਹੈ ਬੱਚਿਓ 4 ਸੈਂਟੈਂਸਿਸ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਇੱਕੋ ਹੀ ਰਹਿ ਗਿਆ ਜੀ 5th। ਤਾਂ ਇਹਦਾ ਇਹ ਪਾਰਟ ਹੈ ਜੀ ਵੀ ਹੈਵ ਟੂ ਚੈੱਕ ਦਾ ਗਰੋਥ ਆਫ ਆਰ ਪਾਪੂਲੇਸ਼ਨ। ਸਾਨੂੰ ਆਪਣੀ ਜਨਸੰਖਿਆ ਦੇ ਵਾਧੇ ਨੂੰ ਰੋਕਣਾ ਚਾਹੀਦਾ ਹੈ। ਅਦਰਵਾਈਜ਼ ਅਵਰ ਕੰਟਰੀ ਵਿਲ ਫੇਸ ਮੈਨੀ ਡਿਫੀਕਲਟ ਪ੍ਰੋਬਲਮਸ। ਨਹੀਂ ਤਾਂ ਸਾਡੀ ਕੰਟਰੀ ਬਹੁਤ ਸਾਰੀਆਂ ਔਖੀਆਂ ਮੁਸੀਬਤਾਂ ਨੂੰ ਸਾਹਮਣਾ ਕਰਨਾ ਪਏਗਾ। ਤਾਂ ਇਹਨੂੰ ਪੰਜਾਬੀ 'ਚ ਆਪਾਂ ਐਵੇਂ ਲਿਖਦੇ ਹਾਂ ਕਿ ਜਦੋਂ ਤੱਕ ਅਸੀਂ ਆਪਣੀ ਪਾਪੂਲੇਸ਼ਨ ਦੀ ਗਰੋਥ 'ਤੇ ਚੈੱਕ ਨਹੀਂ ਕਰਦੇ ਸਾਡੀ ਕੰਟਰੀ ਨੂੰ
ਬਹੁਤ ਸਾਰੀਆਂ ਪ੍ਰੋਬਲਮ ਦਾ ਸਾਹਮਣਾ ਕਰਨਾ ਪਏਗਾ। ਇਹਦਾ ਮਤਲਬ ਇਹ ਹੋਇਆ ਕਿ ਅਸੀਂ ਸੈਕਿੰਡ ਵਾਲੀ ਸਟੇਟਮੈਂਟ ਦੇ ਵਿੱਚ ਅਨਲੈਸ ਦੇ ਨਾਲ ਜਿਹੜੀ ਜੋੜਾਂਗੇ ਉਸ ਤੋਂ ਬਾਅਦ ਵਾਲੀ ਸਟੇਟਮੈਂਟ ਦੇ ਵਿੱਚ ਅਸੀਂ ਉਹ ਨੈਗੇਟਿਵ ਨਹੀਂ ਕਰਾਂਗੇ, ਇਟ ਵਿਲ ਬੀ ਅ ਪੋਜ਼ਿਟਿਵ। ਉੱਪਰ ਆਪਾਂ ਓਨਲੀ ਦੈਨ ਵਾਲਿਆਂ ਸਾਰਿਆਂ ਦੇ ਵਿੱਚ ਆਪਾਂ ਨੈਗੇਟਿਵ ਬਣਾਈ ਸੀ, ਲੇਕਿਨ ਅਦਰਵਾਈਜ਼ ਵਾਲੇ ਦੇ ਵਿੱਚ ਸਾਨੂੰ ਇਹ ਪੋਜ਼ਿਟਿਵ ਬਣਾਉਣੀ ਪਏਗੀ। ਤਾਂ ਮੈਂ ਸਾਈਡ ਤੇ ਲਿਖ ਦਿੰਦੇ ਜੀ ਅਨਲੈਸ, ਇਹ ਫਿਫਥ ਇੱਥੇ ਲਿਖਤਾ ਜੀ ਮੈਂ, ਅਨਲੈਸ ਵੀ ਹੈਵ ਟੂ, ਫਿਰ ਸਾਨੂੰ ਚੱਕਣਾ ਪਏਗਾ ਜੀ ਵੀ ਚੈੱਕ ਦੀ ਗਰੋਥ of our population, ਜਦੋਂ ਤੱਕ ਅਸੀਂ ਆਪਣੀ ਜਨਸੰਖਿਆ ਦੇ ਵਾਧੇ ਤੇ ਚੈੱਕ ਨਹੀਂ ਲਗਾਉਂਦੇ, our country will face many difficult problems, ਸਾਡੀ ਕੰਟਰੀ ਬਹੁਤ ਹੀ ਔਖੀਆਂ ਮੁਸੀਬਤਾਂ ਦਾ ਸਾਹਮਣਾ ਕਰਦੀ ਰਹੇਗੀ। ਤਾਂ ਇਸ ਤਰੀਕੇ ਦੇ ਨਾਲ ਅਸੀਂ ਸਟੂਡੈਂਟਸ ਸਾਰੀ ਐਕਸਰਸਾਈਜ਼ ਕੰਪਲੀਟ ਕਰ ਲਈ ਹੈ। ਉਮੀਦ ਹੈ ਕਿ ਤੁਹਾਨੂੰ ਇਹ ਸਾਰੀ ਸਮਝ ਆ ਗਈ ਹੋਏਗੀ। ਜੇਕਰ ਫਿਰ ਵੀ ਬੱਚਿਓ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ। ਤਾਂ ਮੈਂ ਵੀਡੀਓ ਦੇ ਐਂਡ ਦੇ ਵਿੱਚ ਇੱਕ ਵਾਰੀ ਫਿਰ ਤੁਹਾਨੂੰ ਇਸ ਚੈਪਟਰ ਦੀ ਐਕਸਪਲੇਨੇਸ਼ਨ ਦੇ ਤਿੰਨੇ ਵੀਡੀਓਜ਼ ਦੇ ਲਿੰਕ ਭੇਜ ਰਿਹਾ ਹਾਂ। ਧੰਨਵਾਦ।